ਸਾਖੀ ਸਾਧਾਂ ਨਾਲ ਖਰੇ ਸੌਦੇ ਦੀ ਚੱਲੀ। ਇੱਕ ਦਿਨ ਬਾਬਾ ਨਾਨਕ ਜੀ ਆਪਣੇ ਘਰ में बैठे थे। मस्ताना तौर पर ਤਾਂ ਮਹਿਤਾ ਕਾਲੂ ਬਾਹਰੋਂ ਆਇਆ ਸੀ। ਆਏ ਕਰ ਦੇਖੇ ਨਾਨਕ ਜੀ ਆਪਣੀ ਚਾਲੀ ਛੱਡੀ ਨਹੀਂ। ਮਹਿਤਾ ਕਾਲੂ ਦੇਖ ਕਰ ਬੜਾ ਰੰਜ ਹੋਇਆ ਅਤੇ ਆਖਿਓ, ਹੀ ਪੁੱਤਰ, ਤੇਰਾ ਧੋਖਾ ਮੈਨੂੰ ਖਾਏ ਗਿਆ ਹੈ, ਤੂੰ ਸਮਝਦਾ ਨਹੀਂ। ਤਾਂ ਨਾਨਕ ਜੀ ਆਖਿਆ, ਹੇ ਪਿਤਾ ਜੀ, ਹੁਣ ਸਾਨੂੰ ਬਖਸ਼ੋ ਜੀ। ਅੱਗੇ ਜੋ ਕੁਛ ਤੁਸੀਂ ਮੈਨੂੰ ਆਖੋਗੇ ਸੋਈ ਮੈਂ ਕਰਾਂਗਾ ਜੀ। ਤਾਂ ਕਾਲੂ ਆਖਿਆ, ਤੂੰ ਕੁਝ ਵਣਜ ਕਰਿਆ ਕਰ। ਬਾਬੇ ਜੀ ਕਹਿਆ, ਭਲਾ ਪਿਤਾ ਜੀ। ਤਾਂ ਕਾਲੂ ਕਹਿਆ, ਨਾਨਕ ਜੀ, ਤੂੰ 20 ਰੁਪਏ ਲੈ ਜਾਓ ਤੇ ਕੋਈ ਖਰਾ ਸੌਦਾ ਖਰੀਦ ਲੈ ਆਓ। ਜੇ ਇੱਕ ਵਾਰ ਖਰਾ ਸੌਦਾ ਕਰ ਲੈ ਆਵੇਂਗਾ ਤਾਂ ਫਿਰ ਮੈਂ ਤੈਨੂੰ ਬਹੁਤ ਰੁਪਏ ਦੇਵਾਂਗਾ। ਤਾਂ ਫਿਰ ਨਾਨਕ ਜੀ ਕਹਿਆ, ਭਲਾ ਪਿਤਾ ਜੀ, ਤੁਸੀਂ ਆਪ ਦੇਖੋਗੇ ਜੋ ਮੈਂ ਕੈਸਾ ਸੌਦਾ ਕਰਾਂਗਾ। ਤਾਂ ਨਾਨਕ ਜੀ ਨੂੰ 20 ਰੁਪਏ ਦਿੱਤੇ। ਭਾਈ ਬਾਲੇ ਨੂੰ ਬੁਲਾਏ ਕਰ ਕਹਿਆ, ਸੁਣ ਬਾਲਾ, ਤੂੰ ਸਿਆਣਾ ਹੈ, ਤੂੰ ਨਾਨਕ ਜੀ ਦੇ ਸੰਗ ਜਾ। ਜਿਵੇਂ ਇਹ ਵਣਜ ਕਰਨਾ ਸਿੱਖੇ, ਤੂੰ ਇਸ ਦਾ ਸੰਗੀ ਹੈ। ਤਾਂ ਫਿਰ ਨਫਰ ਭਾਈ ਬਾਲੇ ਨੇ ਗੁਰੂ ਨਾਨਕ ਜੀ ਦੇ ਬਸਤਰ ਵੀ ਉਠਾਏ ਲਿੱਤੇ ਅਤੇ ਰੁਪਏ ਵੀ ਲੈ ਕੇ ਬਾਬੇ ਨਾਨਕ ਜੀ ਦੇ ਸੰਗ ਚੱਲਿਆ। ਮਹਿਤਾ ਕਾਲੂ ਨਗਰ ਦੇ ਬਾਹਰ ਕਿਤਨੀ ਕੁ ਦੂਰ ਤੱਕ ਸਿੱਖਿਆ ਦਿੰਦਾ ਨਾਲ ਟੁਰਿਆ ਗਿਆ। ਕਹੇ, ਪੁੱਤਰ ਨਾਨਕ, ਮੇਰੇ ਜੀਵ ਦੇ ਜੀ, ਤੂੰ ਸਭ ਕੰਮਕਾਰ ਸੰਭਾਲ ਲਵੇ ਤਾਂ ਮੇਰਾ ਜੀਓ ਬਹੁਤ ਠੰਡਾ ਹੋਵੇ। ਤੇਰੇ ਜੰਮਿਆਂ ਤੇ ਮੈਨੂੰ ਇਹ ਭਰੋਸਾ ਹੋਇਆ ਸੀ, ਜੋ ਜੈਸਾ ਮੈਂ ਪਦਾਰਥ ਕਮਾਉਂਦਾ ਹਾਂ, ਮੇਰੇ ਥੀ ਇਹ ਬਹੁਤ ਕਮਾਵੇਗਾ, ਮੇਰਾ ਜਸ ਹੋਵੇਗਾ। ਸੋ ਤੂੰ ਵਣਜ ਕਰਨਾ ਸਿੱਖੇਂਗਾ, ਖੱਤਰੀਆਂ ਵਾਲੀ ਚਾਲੀ ਤੂੰ ਕਰੇਂਗਾ, ਬਹੁਤ ਸਾਰਾ ਪਦਾਰਥ ਖੱਟ ਕਰ ਲੈ ਆਵੇਂਗਾ ਤਾਂ ਮੇਰਾ ਜੀਓ ਠੰਡਾ ਹੋਵੇਗਾ। ਸੋ ਖਰਾ ਸੌਦਾ ਕਰੀ। ਐਸੀ ਸਿੱਖਿਆ ਦੇ ਕਰ ਕਾਲੂ ਪਿੱਛਾ ਮੁੜਿਆ। ਬਾਬਾ ਨਾਨਕ ਜੀ ਅਤੇ ਭਾਈ ਬਾਲਾ ਸਿਧਾਰੇ ਕਾਲੂ ਬਹੁਤ ਮੋਹ ਕਰਕੇ ਪਿਛਾਹਾਂ ਪਰਤ ਕੇ ਦੇਖਦਾ ਹੈ ਤੇ ਘਰ ਨੂੰ ਆਇਆ। ਬਾਲੇ ਨੂੰ ਗੁਰੂ ਨਾਨਕ ਜੀ ਵਾਰਤਾ ਸੁਣਾਉਂਦੇ, ਭਗਤੀ, ਵੈਰਾਗ, ਗਿਆਨ ਨਾਲ ਮਿਲੀਆਂ ਹੋਈਆਂ। ਸੰਨੇ ਸੰਨੇ ਚਲਦੇ ਜਾਂਦੇ ਹਨ। 12 ਕੋਹ ਪੰਥ ਗਏ ਤਾਂ ਇੱਕ ਬਨ ਹੈ, ਉੱਥੇ ਸੰਤ ਮੰਡਲੀ ਬੈਠੀ ਹੈ। ਤਪਸਵੀ ਤਪ ਕਰਦੇ ਹਨ। ਕੋਈ ਖੜੀਆਂ ਬਾਹਾਂ ਕਰਕੇ ਬੈਠੇ ਹਨ, ਕੋਈ ਸੰਤ ਖੜੇ ਹੋਏ ਹਨ, ਕੋਈ ਪਦਮਾਸਨ ਲਾਈ ਬੈਠੇ ਹਨ, ਕੋਈ ਧੁਨੀਆਂ ਤਪਦੇ ਹਨ, ਕੋਈ ਸਿਧਾਸਨ ਕਰ ਬੈਠੇ ਹਨ, ਕੋਈ ਇੱਕ ਕੁਪੀਨ ਪਹਿਰੇ ਹੋਰ ਕੱਪੜਾ ਤਿਆਗ ਬੈਠੇ ਹਨ। ਦਿਗੰਬਰ ਇੱਕ ਜਲ ਵਿੱਚ ਬੈਠੇ ਹਨ, ਇੱਕ ਪੁਸਤਕ ਪੜ੍ਹਦੇ ਹਨ, ਇੱਕ ਮੂਨ ਧਾਰੀ ਬੈਠੇ ਹੋਏ ਹਨ, ਜਿਨ੍ਹਾਂ ਨੂੰ ਪਰਲੋਕ ਦੇ ਸੁੱਖਾਂ ਦੀ ਚਾਹ ਹੈ। ਇਸ ਸੁੱਖ ਤਿਆਗ ਕੇ ਕਿਨਾਰਾ ਕਰ ਇਕੰਤ ਬੈਠੇ ਹੋਏ ਹਨ। ਸਰਬ ਸੰਤ ਮੰਡਲੀ ਵਿੱਚ ਇੱਕ ਮਹੰਤ ਜੀ ਬੈਠੇ ਹਨ, ਮ੍ਰਿਗਸ਼ਾਲਾ, ਜਿਨ੍ਹਾਂ ਦੇ ਹੇਠ ਬਿਰਛੀ ਹੈ। वृक्ष की त्वचा जिनकी कुपीन है, सिर पर जड़ाओं का मुकुट है, हर हृदय में जिनके जगदीश का प्यार है। एक साधु पास पुस्तक पढ़ रहा है। इस संत सभा को देख कर बाबा नानक जी खड़े होए कर देखन लगे और भाई बाले प्रति बाबा नानक जी कहया, हे बाला, ਇਸ ਖਰੇ ਸੌਦੇ ਨਾਲੋਂ ਹੋਰ ਕੋਈ ਸੌਦਾ ਚੰਗਾ ਨਹੀਂ। ਇਸ ਅਮੋਲ ਸੌਦੇ ਨੂੰ ਨਹੀਂ ਛੱਡ ਸਕਦਾ। ਪਿਤਾ ਜੀ ਦੀ ਆਗਿਆ ਵੀ ਖਰੇ ਸੌਦੇ ਦੀ ਹੈ, ਸੋ ਇਸ ਤੋਂ ਚੰਗਾ ਵਣਜ ਹੋਰ ਕੌਣ ਹੈ। ਇਹ ਰੁਪਏ ਇਨ ਕੋ ਚੜਾਵਤੇ ਹੈ, ਸੋ ਭੋਜਨ ਬਸਤਰ ਕਰਕੇ ਇਹ ਖੁਸ਼ੀ ਹੋਵਨਗੇ। ਇਹ ਬਚਨ ਬਾਬੇ ਕੇ ਸੁਣ ਕੇ ਬਾਲੇ ਨੇ ਆਖਿਆ, ਮਹਾਰਾਜ, ਮਹਿਤਾ ਕਾਲੂ ਕਾ ਡਰ ਹੈ। ਉਸਨੇ ਵਣਜ ਕਰਨ ਵਾਸਤੇ ਤੁਮ ਕੋ ਰੁਪਏ ਦਿੱਤੇ ਹਨ ਅਤੇ ਸੁਭਾਵ ਦਾ ਵੀ ਕਠੋਰ ਹੈ। ਸੋ ਤੁਸੀਂ ਜਾਣੋ, ਮੈਂ ਆਪ ਦਾ ਅਨੁਸਾਰੀ ਹਾਂ। ਜੋ ਤੁਸੀਂ ਹੀ ਮਹਿਤੇ ਕਾਲੂ ਨਾਲ ਸਮਝ ਲੈਣਾ।
ਮੇਰੇ ਨਾਲ ਨਾ ਕੋਈ ਝਗੜਾ ਝਗੜੇ। ਮੈਂ ਆਪ ਦਾ ਅਨੁਸਾਰੀ ਹਾਂ, ਅੱਗੇ ਵੀ ਅਤੇ ਹੁਣ ਵੀ ਜਿਸ ਤਰ੍ਹਾਂ ਆਗਿਆ ਦਿੰਦੇ ਹੋ ਮੈਂ ਉਸੇ ਤਰ੍ਹਾਂ ਕਰਾਂਗਾ। ਇਤਨਾ ਕਹਿ 20 ਰੁਪਏ ਭਾਈ ਬਾਲੇ ਨੇ ਗੁਰੂ ਨਾਨਕ ਦੇਵ ਜੀ ਦੇ ਹੱਥ ਦਿੱਤੇ। 100 रुपये लेकर गुरु नानक जी संता के पास जाए बैठे और कोमल बाणी में पहले नमस्कार करी। करुणा निदान गुरु जी ने पूछा, संत जी आप बस्तर नहीं पहनते, हाथ नहीं आफ्ता के पहनते ही नहीं? रात दिन धुप पाला सर्दी गर्मी सहारते हो, बरखा पड़ती दिगंबर ही रहते हो। आप दा शरीर दिव्य जोत है, भस्म लगाए रखी है। इतना सुनकर संत ने कहा, हे भाई हम निर्वाण साध हैं, वस्त्र का संजम ही रखना चाहिए है। अते तैनू क्या प्रयोजन है पूछने का? तां बाले कहिया, नानक जी तू चल के सौदा खरीद जो कुछ कालू ने कहा है। ਤਾਂ ਨਾਨਕ ਜੀ ਆਖਿਆ, ਬਾਲਾ ਮੈਨੂੰ ਪਿਤਾ ਨੇ ਖਰਾ ਸੌਦਾ ਖਰੀਦਣਾ ਆਖਿਆ ਹੈ। ਬਾਲਾ ਤੂੰ ਵੀ ਮਸਲਤ ਖਰੇ ਸੌਦੇ ਖਰੀਦਣੇ ਦੀ ਦੇਹ, ਮੈਂ ਖਰਾ ਸੌਦਾ ਕਰਤਾ ਹਾਂ। ਤਾਂ ਬਾਲੇ ਕਹਿਆ, ਮੈਂ ਕਿਆ ਆਖਤਾ ਹਾਂ, ਤੂੰ ਪੁੱਤਰ ਹੈ ਤੇ ਉਹ ਪਿਤਾ ਹੈ। ਤਾਂ ਫਿਰ ਗੁਰੂ ਨਾਨਕ ਜੀ ਨੇ ਆਖਿਆ, ਸੰਤ ਜੀ तुम वस्त्र नहीं पहनते तो भोजन भी नहीं करते होवोगे। तां फिर महंत ने कहा, अरे बालके जो परमेश्वर भेजता है सो हम खाए लेते हैं, हम तो उदासी हैं, इस वास्ते हम उद्यान में बसते हैं, बस्ती में नहीं बसते। तो गुरु नानक जी ने कहा कि आपका नाम क्या है? संत ने कहा, नाम हमारा संत रेन है। सुनकर नानक जी बड़े प्रसन्न होए और कहियो ने, बाला यह खरा सौदा मैं नहीं छड़ सकता, यह खरा सौदा है, इसमें तोट नहीं वाधा ही है। ता बाले कहिया, नानक जी तुसी जानो अते कालू जाने अते मैं की जाना, यह खरा सौदा है या खोटा है। नानक जी ने 20 रुपए लैके बाले पासों महंत दे अगे रखे। ता महंत ने आख्या, अरे बालके 20 रुपए हमारे किसी काम नहीं, तुझको बाप ने व्यापार के लिए दिए हैं अते तू फकीरों को क्यों देता है? तेरी अवस्था छोटी है ते तेरा व्यवहार पिता दे अधीन है, सो बाप ने तेरे को किसी काम के वास्ते भेजा है, तू रुपए फकीरा नू देंदा है। ता नानक जी कहिया, सुनो संत जी मैनू पिता ने खरा सौदा करने भेजिया है, सो यह खरा सौदा है, होर सौदे खोटे हन। ता महंत ने कहिया, लड़के तेरा नाम क्या है और तू हुंदा कौन है? ਤਾਂ ਨਾਨਕ ਜੀ ਕਹਿਆ, ਮੇਰਾ ਨਾਮ ਤੋਂ ਨਾਨਕ ਨਿਰੰਕਾਰੀ ਹੈ ਅਤੇ ਕਾਲੂ ਖੱਤਰੀ ਦਾ ਪੁੱਤਰ ਹਾਂ। ਤਾਂ ਮਹੰਤ ਬੋਲਿਆ, ਅਰੇ ਬਾਲਕ ਇਹ ਕਿਆ ਨਾਨਕ ਨਿਰੰਕਾਰੀ ਅਤੇ ਕਾਲੂ ਖੱਤਰੀ का बेटा क्या? ਤਾਂ ਗੁਰੂ ਨਾਨਕ ਜੀ ਕਹਿਆ, हे महंत जी पहले सतयुग विच निरंकार जी की भक्ति करी थी, सो भक्ति सो हमारी पूरी नहीं हुई थी। त्रेते युग में और द्वापर युग में निरंकार जी की भक्ति करी थी, सो संपूर्ण हुई। तब भी हम निरंकार थे और अब भी निरंकार हैं। तो महंत ने कहा, अरे बालके कुछ मांग। ता गुरु जी कहा, मैं क्या मांगू, एक निरंकार ही मांगता हूँ। महंत ने कहा, हे बालके तू तो आप ही निरंकार होए रहिया है, हम तुझको क्या देवे? यह रुपए हमारे काम नहीं, इनका सीधा तुम जाए कर लियाए देवो, जो यह अतीत भोजन बनाए कर खवाएंगे। तब गुरु नानक जी रुपए लेकर एक नगरी में आए। आटा चावल खंड घ्यो दुध बर्तन सब किछ लैकर संता दे पास लियाए कर रख दिते और मत्था टेकिया।
महंत बोलिया, हे नानक जी, तुम आप निरंकार रूप हो। निरंकार ही नानक रूप धारिया है। असां ने अच्छी तरह खोज देखिया है। 7 ਬ੍ਰਿਤ इन्हां अतीता को बीत गए ਹਨ। 7 दिन ਭੁੱਖਿਆ लंघ गए ਹਨ। हे शांत रूप नानक जी, अब तुम जावो। ਤਾਂ गुरु नानक जी मत्था टेकिया और बाले को साथ लेकर उठ चले। जब बाबा जी उठ आए ਤਾਂ उस महंत ਨੂੰ एक अतीत ने आए के पूछया, जो महंत जी, इस बालक को तुमने उठाए क्यों दिया? उसने तुम्हारी सेवा करनी सी। था महंत ने कहा, सुनो अतीत जी, ये आप निरंकार था और हमारी खबर के वास्ते आया सी। निरंकार जी ने भेजा था। हम तो अपना सीधा लेना था और सेवा नहीं करानी थी। उसका तेज हमारे से सहारा नहीं जाता था, इस वास्ते हमने उसको विदा दई है। गुरु नानक जी उन्हां सिद्धां कोलों उठ कर ਜਾਂ 2-3 ਕੋਸ ਆਏ ਤਾਂ ਗੁਰੂ ਨਾਨਕ ਜੀ ਬਾਲੇ ਨੂੰ ਪੁੱਛਣ ਲੱਗੇ, ਹੇ ਭਾਈ ਬਾਲਾ, ਅਸਾਂ ਕਿਆ ਕੀਤਾ? ਤਾਂ ਬਾਲੇ ਆਖਿਆ, ਸੁਣ ਨਾਨਕ ਜੀ, ਮੈਂ ਕੁਝ ਰੁਪਏ ਖਾਏ ਨਹੀਂ ਲਿੱਤੇ। ਤੁਸਾਂ ਮੰਗੇ ਸੋ ਮੈਂ ਤੁਹਾਨੂੰ ਕੱਢ ਦਿੱਤੇ ਹੈ ਸਨ। ਤਾਂ ਗੁਰੂ ਨਾਨਕ ਜੀ ਕਹਿਆ, ਭਾਈ ਬਾਲਾ, ਅਸੀਂ ਭੁੱਲੇ ਕਿਉਂ? ਤਾਂ ਬਾਲੇ ਆਖਿਆ, ਹੇ ਨਾਨਕ ਜੀ, ਤੂੰ ਜਾਣ ਜੇ ਭੁੱਲਾ ਹੈ ਤਾਂ ਤੂੰ ਜਾਣ, ਜੇ ਨਹੀਂ ਭੁੱਲਾ ਤਾਂ ਤੂੰ ਜਾਣ। ਜੈਸੇ ਅਲੜ ਤੁਸੀਂ ਹੋ ਤੈਸਾ ਅਲੜ ਮੈਂ ਹਾਂ। ਅੱਗੇ ਕਾਲੂ ਜਾਣੇ ਜਾਂ ਤੁਸੀਂ ਜਾਣੋ। ਐਸੀ ਬਾਤਾਂ ਕਰਦੇ ਕਰਦੇ ਤਲਵੰਡੀ ਕੇ ਨਿਕਟ ਪਹੁੰਚੇ ਤਾਂ ਨਾਨਕ ਜੀ डरदे पिता पासों गांव में ना वड़े। एक तला सी, पानी उसमें नहीं था, वहां बैठ रहे और बाला अपने घर आए वड़िया। ते गुरु नानक जी घर गए ही नहीं, बाहर ही रहे। ਤਾਂ ਕਾਲੂ ਨੂੰ ਖਬਰ ਹੋਈ ਜੋ ਬਾਲਾ ਆਪਣੇ ਘਰ ਆਏ ਵੜਿਆ ਹੈ ਤੇ ਨਾਨਕ ਜੀ ਨਹੀਂ ਆਇਆ। ਤਾਂ ਕਾਲੂ ਨੇ ਨਫਰ ਭੇਜ ਕੇ ਬਾਲੇ ਨੂੰ ਬੁਲਾਇਆ। ਤਾਂ ਬਾਲਾ ਕਾਲੂ ਜੀ ਦਾ ਫਰਮਾਨ ਸੁਣ ਕਰ ਘਰ ਥੀ ਆਇਆ। ਜਬ ਪਾਸ ਆਇਆ ਤਾਂ ਕਾਲੂ ਨੇ ਪੁੱਛਿਆ, ਆਵੋ ਬਾਲਾ, ਨਾਨਕ ਜੀ ਕਿੱਥੇ ਹਈ ਅਤੇ ਰੁਪਏ ਕਿੱਥੇ ਹੈਣੀ ਅਤੇ ਕਿਤੇ ਰੁਸ ਰਿਹਾ ਹੈ ਅਤੇ ਵਪਾਰ ਵਿੱਚ ਲੱਗ ਰਿਹਾ ਹੈ। ਤਾਂ ਬਾਲੇ ਨੇ ਬੈਠ ਕਰ ਆਖਿਆ, हे ਮਹਿਤਾ ਜੀ, ਨਾਨਕ ਜੀ 12 ਕੋ ਪੈਂਡਾ ਜਦ ਗਏ ਤਾਂ ਇੱਕ ਬਨ ਆਇਆ। ਇੱਕ ਸੰਤ ਮੰਡਲੀ ਵਹਾਂ ਉਤਰੀ ਹੋਈ ਥੀ। ਤਿੰਨਾਂ ਨੂੰ ਦੇਖ ਕਰ ਜਾਂਦਿਆਂ ਜਾਂਦਿਆਂ ਖੜੇ ਹੋਏ ਗਏ ਅਤੇ ਰੁਪਏ ਮੈਥੋਂ ਲੈ ਕੇ ਉਹਨਾਂ ਫਕੀਰਾਂ ਨੂੰ ਖਵਾਏ ਦਿੱਤੇ ਹਨ। ਤਾਂ ਕਾਲੂ ਨੇ ਆਖਿਆ, ਅਰੇ ਬਾਲਾ, ਮੈਂ ਜੋ ਤੈਨੂੰ ਨਾਨਕ ਦੇ ਨਾਲ ਭੇਜਿਆ ਸੀ ਇਸੇ ਵਾਸਤੇ ਭੇਜਿਆ ਸੀ ਜੋ ਰੁਪਏ ਫਕੀਰਾਂ ਨੂੰ ਖਵਾਏ ਆਵੇ। ਤਾਂ ਬਾਲੇ ਨੇ ਆਖਿਆ, ਕਿ ਮੈਂ ਤਾਂ ਜੀ ਤੈ ਜੋ ਨਾਨਕ ਨੂੰ ਖਰਾ ਸੌਦਾ ਕਰਨ ਵਾਸਤੇ ਆਖਿਆ ਸੀ, ਜੋ ਤੂੰ ਖਰਾ ਸੌਦਾ ਕਰੀ ਸੋ ਨਾਨਕ ਜੀ ਨੇ ਖਰਾ ਸੌਦਾ ਕੀਤਾ ਹੈ, ਭਾਵੇਂ ਕੂਕ ਭਾਵੇਂ ਨਹੀਂ ਕੂਕ। ਤਾਂ ਕਾਲੂ ਆਖਿਆ, ਹੀ ਬਾਲਾ, ਤੂੰ ਮੈਨੂੰ ਦੱਸ ਤਾਂ ਸਹੀ ਜੋ ਨਾਨਕ ਹੁਣ ਕਿੱਥੇ ਹੈ। ਤਾਂ ਭਾਈ ਬਾਲਾ ਅਤੇ ਕਾਲੂ ਨਾਨਕ ਜੀ ਨੂੰ ਢੂੰਡਣ ਵਾਸਤੇ ਚੱਲੇ ਅਤੇ ਮਾਤਾ ਤ੍ਰਿਪਤਾ ਜੀ ਸੁਣ ਕਰ ਵੱਡੀ ਸ਼ੋਕਾਤਰ ਹੋਏ ਕਰ ਪਛਤਾਵਣ ਲੱਗੀ ਅਤੇ ਨਾਨਕ ਜੀ ਦੇ ਢੂੰਡਣ ਵਾਸਤੇ ਹੋਰ ਨਫਰਾਂ ਨੂੰ ਦੌੜਾਇਆ ਅਤੇ ਨਾਨਕੀ ਜੀ ਨੂੰ ਭੇਜਿਆ ਅਰ ਕਹਿਆ, हे ਬੀਬੀ, ਤੇਰੇ ਪਿਤਾ ਕੋ ਵੱਡਾ ਕਰੋਧ ਹੋਏ ਰਿਹਾ ਹੈ, ਦੇਖ ਕਿਤੇ ਨਾਨਕ ਜੀ ਕੋ ਕੁਛ ਦੁੱਖ ਨਾ ਦੇਵੇ। ਤਾਂ ਅੱਗੇ ਕਾਲੂ ਤੇ ਭਾਈ ਬਾਲਾ ਚੱਲੇ ਜਾਂਦੇ ਸੇ। ਤਲਵੰਡੀ ਦੇ ਬਾਹਰ ਜਿੱਥੇ ਸ੍ਰੀ ਗੁਰੂ ਨਾਨਕ ਜੀ ਬੈਠੇ ਥੇ, ਕਾਲੂ ਨੂੰ ਨਾਲ ਲੈ ਕੇ ਜਾਏ ਦਿਖਾਇਆ। ਤਾਂ ਕਾਲੂ ਨੂੰ ਜਾਏ ਕਰ ਦੇਖਿਆ ਬੜਾ ਕਰੋਧ ਆਇਆ। ਪਕੜ ਲਿੱਤਾ ਅਤੇ ਪੁੱਛਿਆ, ਆਵੋ ਨਾਨਕ, 20 ਰੁਪਏ ਜੋ ਤੈਨੂੰ ਦਿੱਤੇ ਸਨ ਉਹ ਕਿੱਥੇ ਹੈ ਨੀ। ਤਾਂ ਗੁਰੂ ਨਾਨਕ ਜੀ ਨੂੰ ਦੋਏ ਤਮਾਚੇ ਸੱਜੇ ਹੱਥ ਦੇ ਖੱਬੀ ਗੱਲ ਉੱਤੇ ਮਾਰੇ ਤੇ ਸੱਜੀ ਗੱਲ ਤੇ ਦੋਏ ਤਮਾਚੇ ਖੱਬੇ ਹੱਥ ਦੇ ਮਾਰੇ।
ਇਤਨੇ ਮੇਂ ਬੀਬੀ ਨਾਨਕੀ ਜੀ ਪਹੁੰਚੀ ਤੇ ਪਿਤਾ ਦੇ ਅੱਗੇ ਮੱਥਾ ਟੇਕਿਆ ਤੇ ਮੁਖ ਤੇ ਕਹਿਆ, ਹੇ ਪਿਤਾ ਜੀ, ਅਬ ਬਖਸ਼ੀਏ। ਨਾਨਕ ਦੀਆਂ ਗੱਲਾਂ ਤੇ ਨੀਲ ਪੈ ਗਏ, ਪਰ ਗੁਰੂ ਨਾਨਕ ਜੀ ਬੋਲੇ ਨਹੀਂ। ਨੇਤਰਾਂ ਤੋਂ ਜਲ ਵਗਿਆ ਜਾਵੇ ਤਾਂ ਇੱਕ ਆਦਮੀ ਨੇ ਰਾਏ ਬੁਲਾਰ ਨੂੰ ਜਾਏ ਕਹਿਆ, ਹੇ ਰਾਏ ਜੀ, ਕਾਲੂ ਪਟਵਾਰੀ ਨੇ ਪੁੱਤਰ ਨੂੰ ਡਾਢੀ ਮਾਰ ਮਾਰੀ ਹੈ ਤੇ ਨਾਨਕੀ ਨੇ ਮੱਥਾ ਟੇਕ ਕੇ ਛਡਾਇਆ ਹੈ। ਇਹ ਸੁਣ ਰਾਏ ਨੇ ਆਦਮੀ ਭੇਜ ਕੇ ਮਹਿਤਾ ਕਾਲੂ ਨੂੰ ਸਦਾਇਆ ਤਾਂ ਆਦਮੀ ਆਏ ਕੇ ਕਹੇ, ਹੇ ਕਾਲੂ, ਰਾਏ ਬੁਲਾਂਦਾ ਹੈ ਤੇ ਗੁਰੂ ਨਾਨਕ ਨੂੰ ਵੀ ਨਾਲ ਲੈ। ਤਾਂ ਅੱਗੋਂ ਕਹਿਆ, ਸੁਣ ਭਾਈ, ਮੈਂ ਕਿਆ ਕਰਾਂ? ਇਸ ਪੁੱਤਰ ਨੇ ਮੈਨੂੰ ਚੌੜ ਕਰ ਛੱਡਿਆ ਹੈ, ਪੱਟ ਛੱਡਿਆ ਸੂ। ਤਾਂ ਰਾਏ ਦੇ ਆਦਮੀ ਕਹਿਆ, ਕਾਲੂ ਉੱਥੇ ਤਾਂ ਚੱਲ। ਤਾਂ ਬਾਬਾ ਨਾਨਕ ਜੀ ਤੇ ਕਾਲੂ ਰਾਏ ਬੁਲਾਰ ਦੇ ਪਾਸ ਪਹੁੰਚੇ ਤਾਂ ਰਾਏ ਬੁਲਾਰ ਦੇਖਦਿਆਂ ਹੀ ਗੁਰੂ ਨਾਨਕ ਜੀ ਤੇ ਕਾਲੂ ਨੂੰ ਬੈਰਾਗ ਛੁੱਟ ਗਿਆ ਤੇ ਨਾਨਕ ਜੀ ਨੂੰ ਰਾਏ ਨੇ ਬਗਲ ਵਿੱਚ ਲਿੱਤਾ ਤੇ ਮੱਥਾ ਚੁੰਮਿਓਸ ਤੇ ਕਾਲੂ ਨੂੰ ਦੇਖ ਕੇ ਬਹੁਤ ਕ੍ਰੋਧ ਵਿੱਚ ਆਇਆ ਤੇ ਕਹਿਓਸ, ਸੁਣ ਕਾਲੂ, ਮੈਂ ਤੈਨੂੰ ਕਹਿਓ ਸੀ ਜੋ ਤੂੰ ਨਾਨਕ ਨੂੰ ਬੁਰਾ ਨਾ ਬੋਲੀ ਤੇ ਤੂੰ ਨਾਨਕ ਜੀ ਨੂੰ ਅਜਿਹੀ ਮਾਰ ਮਾਰੀ ਹੈ। ਦੇਖ ਕੇ ਲੋਕ ਤਰਾਸ ਕਰਦੇ ਤੇ ਦੁਖੀ ਹੁੰਦੇ ਹਨ। ਸੁਣ ਕਾਲੂ, ਨਾ ਤੈਨੂੰ ਮੇਰਾ ਕਹੇ ਦਾ ਡਰ ਹੈ ਤੇ ਨਾ ਪਰਮੇਸ਼ਵਰ ਦਾ, ਅਤੇ ਨਾ ਤੈਨੂੰ ਪੁੱਤਰ ਦਾ ਮੋਹ ਹੋਇਆ ਜੋ ਮੇਰੇ ਘਰ ਇੱਕੋ ਪੁੱਤਰ ਹੈ। ਕਾਲੂ, ਤੂੰ ਵੱਡਾ ਰਾਖਸ਼ਸ ਹੈ, ਤੇਰੇ ਘਰ ਦੇ ਲਾਇਕ ਗੁਰੂ ਨਾਨਕ ਨਹੀਂ। ਮੈਂ ਕਿਆ ਕਰਾਂ ਜੇ ਇਸ ਨੂੰ ਮੈਂ ਆਪਣੇ ਘਰ ਵਿੱਚ ਰੱਖ ਸਕਦਾ? ਤੂੰ ਇਸ ਦੀ ਅਵੱਗਿਆ ਜਿਤਨੀ ਕਰਦਾ ਹੈ ਸੋ ਹੱਚੀ ਨਹੀਂ ਕਰਦਾ। ਇਸ ਨੂੰ ਜਿਤਨਾ ਤਰਾਸ ਦਿੰਦਾ ਹੈ ਬਹੁਤ ਬੁਰਾ ਕਰਦਾ ਹੈ। ਇਹ ਸਾਰੇ ਦੋਸ਼ ਮੈਨੂੰ ਲੱਗਦੇ ਹਨ। ਇਹ ਕੱਲਾ ਵਾਲਾ ਲੋਕ ਹੈ, ਪਰਮੇਸ਼ਵਰ ਦਾ ਵਲੀ ਹੈ। ਰਾਏ ਦੀ ਅੱਖੀਆਂ ਤੇ ਜਲ ਟੁਰਿਆ ਜਾਵੇ ਤੇ ਬੈਰਾਗ ਥੰਮੀਏ ਨਹੀਂ। ਬਾਬਾ ਜੀ ਦੇ ਮੋਹ ਕਰਕੇ ਕੰਠ ਰਾਏ ਦਾ ਗਦਗਦ ਹੋ ਗਿਆ ਅਤੇ ਕਾਲੂ ਦੇ ਸਖਤ ਸੁਭਾਵ ਕਰਕੇ ਰਾਏ ਦਾ ਤਨ ਕ੍ਰੋਧ ਕਰਕੇ ਥਰ ਥਰ ਕਾਂਪਦਾ ਹੈ ਤੇ ਕਹਿਆ, ਸੁਣ ਕਾਲੂ, ਅੱਜ ਤੀਕਰ ਮੈਂ ਤੈਨੂੰ ਕਦੀ ਖੋਟਾ ਬਚਨ ਨਹੀਂ ਕਹਿਆ। ਮੈਂ ਆਖਦਾ ਹਾਂ, ਸੁਣ, ਤੂੰ ਕੀ ਕੰਮ ਕੀਤਾ? ਨਾਨਕ ਨੂੰ ਐਸੀ ਮਾਰ ਮਾਰਨੀ ਆਹੀ ਜੋ ਉਸ ਦੇ ਮੂੰਹ ਤੇ ਐਸੇ ਦਾਗ ਪਾ ਦਿੱਤੇ ਨੀ। ਤੂੰ ਬੜਾ ਜਲਾਦ ਹੈ, ਵੱਡਾ ਕਠੋਰ ਹੈ। ਤਾਂ ਕਾਲੂ ਡਰ ਕੇ ਲੱਗਾ ਆਖਣ, ਰਾਏ ਜੀ, ਮੈਂ ਕਿਆ ਕਰਾਂ? ਤੁਸੀਂ ਜਦ ਕਦ ਮੇਰੇ ਨਾਲ ਹੀ ਲੜਦੇ ਹੋ। ਮੈਂ ਇਸ ਨੂੰ ਬਥੇਰਾ ਸਿਖਾ ਸਮਝਾ ਰਿਹਾ ਹਾਂ ਕਿ ਨਾਨਕ, ਤੂੰ ਮੇਰੇ ਘਰ ਇੱਕੋ ਇੱਕ ਪੁੱਤਰ ਹੈ, ਸਿਆਣਾ ਹੋ। ਮੈਂ 20 ਰੁਪਏ ਅਤੇ ਨਫਰ ਇਸ ਨਾਲ ਬਾਲਾ ਦਿੱਤਾ। ਸੋ ਬਾਲਾ ਆਖਣ ਲੱਗਾ, ਮਹਿਤਾ ਜੀ, ਨਾਨਕ ਜਾਂਦਿਆਂ ਹੀ 20 ਰੁਪਏ ਫਕੀਰਾਂ ਨੂੰ ਦੇ ਦਿੱਤੇ ਸੋ। ਜਿਸ ਦਿਨ ਦਾ ਇਹ ਜੰਮਿਆ ਹੈ ਤੇ ਹੋਸ਼ ਸੰਭਾਲੀ, ਕਈ ਵਾਰ ਇਸ ਘਰ ਉਜਾੜਿਆ ਹੈ। ਫਿਰ ਰੁਪਏ ਤਾਂ ਦਿੱਤੇ, ਬਾਹਰ ਜੰਗਲਾਂ ਵਿੱਚ ਜਿੱਥੇ ਪਾਣੀ ਵੀ ਨਹੀਂ ਮਿਲਦਾ ਉੱਥੇ ਲੁਕ ਬੈਠਾ। ਬਾਲੇ ਘਰ ਆਏ ਨੂੰ ਪੁੱਛਿਆ ਤਾਂ ਉਸਨੇ ਦੱਸਿਆ ਹੈ। ਇਹ ਸੁਣ ਕੇ ਰਾਏ ਬੁਲਾਰ ਨੇ ਬਾਲੇ ਨੂੰ ਸੱਦ ਪੁੱਛਿਆ। ਸਭ ਹਕੀਕਤ ਜਿਉਂ ਬੀਤੀ ਸੀ ਰਾਏ ਕੋ ਸੁਣਾਈ। ਤਾਂ ਰਾਏ ਕਾਲੂ ਨੂੰ ਕਹਿਆ, ਸੁਣ ਕਾਲੂ, ਤੇਰੀ ਪਾਰਬਦ ਖੋਟੀ ਹੈ। ਤੂੰ ਇਸ ਨਾਨਕ ਦੀ ਕਦਰ ਨਹੀਂ ਜਾਣਦਾ। ਜਿਉਂ ਕਿਸੇ ਪਾਸ ਪਾਰਸ ਹੋਵੇ ਤੇ ਉਹ ਪੱਥਰ ਜਾਣ ਕੇ ਸੁੱਟ ਦੇਵੇ ਤੇ ਕੋਡੀ ਦੇ ਮਗਰ ਫਿਰੇ, ਜਿਉਂ ਕਿਸੇ ਅਣਜਾਣ ਨੂੰ ਜਵਾਹਰ ਮਿਲੇ, ਉਹ ਉਸ ਦੀ ਸਾਰ ਨਹੀਂ ਜਾਣਦਾ, ਇਸੇ ਤੇ ਕੰਗਾਲ ਹੈ। ਤੇ ਮੈਂ ਕਿਆ ਕਰਾਂ? ਮੇਰਾ ਤਨ ਮੁਸਲਮਾਨ ਹੈ, ਇਹ ਹਿੰਦੂ ਹੈ। ਇਸ ਅਯੋਗਤਾ ਕਰਕੇ ਮੈਂ ਕੁਝ ਕਰ ਨਹੀਂ ਸਕਦਾ। ਤੇ ਕਾਲੂ, ਤੈਨੂੰ ਧਨ ਦੀ ਤ੍ਰਿਸ਼ਨਾ ਹੈ, ਜੋ ਇਸ ਦੇ ਸਰੀਰ ਦਾ ਖਰਚ ਹੈ ਤੂੰ ਮੇਰੇ ਘਰ ਤੇ ਲੈ ਲਿਆ ਕਰ। ਇਤਨਾ ਕਹਿ ਰਾਏ ਬੁਲਾਰ ਦਾ ਨੌਕਰ, ਜਿਸ ਦਾ ਨਾਮ ਉਮੈਦਾ ਹੈ ਸੀ, ਤਿਸ ਨੂੰ ਰਾਏ ਨੇ ਆਖਿਆ, ਜਾਵੋ ਉਮੈਦਾ, ਤੂੰ ਮੇਰੇ ਘਰ ਤੋਂ 20 ਰੁਪਏ ਕਾਲੂ ਨੂੰ ਲਿਆ ਦੇ।
ਤਾਂ ਉਹ ਉਮੀਦਾ ਰਾਏ ਬੁਲਾਰ ਦੀ ਰਾਣੀ, ਜਿਸ ਦੀ ਜਾਤ ਖੋਖਰਾ ਸੀ, ਉਸ ਪਾਸੋਂ ਰੁਪਏ 20 ਜਾਏ ਮੰਗੇ। ਰਾਣੀ ਖੋਖਰਾ ਰੁਪਏ ਦਿੱਤੇ। ਨੌਕਰ ਨੇ ਲੈ ਆਂਦੇ ਕਾਲੂ ਦੇ ਹੱਥ ਦਿੱਤੇ। ਕਾਲੂ ਲਏ ਨਹੀਂ ਤੇ ਰਾਏ ਮੋੜੇ ਨਹੀਂ। ਰਾਏ ਬੁਲਾਰ ਨੇ ਕਹਿਆ, ਮੈਂ ਕਿਆ ਕਰਾਂ ਜੋ ਮੇਰੇ ਘਰ ਗੁਰੂ ਨਾਨਕ ਜੀ ਰਹਿ ਨਹੀਂ ਸਕਦਾ, ਨਹੀਂ ਤਾਂ ਮੈਂ ਆਪਣੇ ਘਰ ਹੀ ਰੱਖਾਂ, ਤੇ ਹੁਣ ਤੇਰੇ ਘਰ ਰੱਖਦੇ ਹਾਂ। ਅੱਜ ਕੱਲ੍ਹ ਕਿਥਾਂ ਅਸੀਂ ਨਾਨਕ ਜੀ ਨੂੰ ਸੌਂਪ ਦਿੰਦੇ ਆਹੇ। ਤਾਂ ਕਾਲੂ ਰੁਪਏ ਲਏ ਨਹੀਂ ਅਤੇ ਕਾਲੂ ਕਹੇ, ਰਾਏ ਜੀ ਇਹ ਰੁਪਏ ਕਿਸ ਦੇ? ਅਸੀਂ ਕਿਸ ਦੇ ਹਾਂ ਤੇ ਨਾਨਕ ਕਿਸ ਦਾ ਹੈ? ਇਹ ਸਭ ਕੁਛ ਆਪ ਜੀ ਦਾ ਹੀ ਹੈ, ਮੈਂ ਰੁਪਈਆ ਨਹੀਂ ਝੂਰਦਾ। ਰਾਏ ਨੇ ਕਹਿਆ, ਕਾਲੂ ਜੋ ਕੁਛ ਤੂੰ ਕਰਦਾ ਹੈ ਸੋ ਭਲਾ ਹੀ ਕਰਦਾ ਹੈ, ਪਰ ਤੂੰ ਰੁਪਏ ਲੈ ਤੇ ਜਿਤਨਾ ਚਿਰ ਨਾਨਕ ਜੀ ਅਵਾਣਾ ਸਿਆਣਾ ਹੈ, ਜਿਤਨਾ ਚਿਰ ਨਾਨਕ ਜੀ ਦੀ ਖਿਦਮਤ ਅਸੀਂ ਕਰਾਂਗੇ। ਤਾਂ ਫਿਰ ਕਾਲੂ ਰੁਪਏ ਦੇਵੇ ਤੇ ਰਾਏ ਜੀ ਲਵੇ ਨਹੀਂ। ਤਾਂ ਉਮੀਦੇ ਕਹਿਆ, ਕਾਲੂ ਰੁਪਏ ਲੈ ਲੈ ਤੇ ਰਾਏ ਜੀ ਦਾ ਆਖਿਆ ਫੇਰ ਨਹੀਂ। ਤਾਂ ਕਾਲੂ ਨੇ ਰੁਪਏ ਲੈ ਲਿੱਤੇ ਤੇ ਰੁਪਏ ਲੈ ਕੇ ਕਾਲੂ ਹੈਰਾਨ ਹੋਏ ਰਿਹਾ। ਰਾਏ ਨੇ ਕਹਿਆ, ਕਾਲੂ ਅੱਜ ਤੀ ਲੈ ਕਰ ਨਾਨਕ ਜੀ ਨੂੰ ਪੋਸ਼ਾਕਾਂ ਵੀ ਅਸੀਂ ਬਣਾਏ ਦੇਵਾਂਗੇ, ਖਰਚ ਵੀ ਇਸ ਦਾ ਸਾਡੇ ਘਰੋਂ ਲਿੱਤਾ ਕਰ। ਤੂੰ ਮਾਇਆ ਦੇ ਲੋਭ ਕਰ ਐਸੇ ਸਤ ਧਰਮ ਵਾਲੇ ਨਾਨਕ ਪਰਮੇਸ਼ਵਰ ਦੇ ਪਿਆਰ ਨੂੰ ਨਾਲਾਇਕ ਨਾ ਕਹੀ। ਜਿਤਨਾ ਤੇਰੇ ਘਰ ਦਾ ਦਰਬ ਨਾਨਕ ਗਵਾਇਆ ਹੈ, ਸੋ ਹਿਸਾਬ ਕਰਕੇ ਸਭ ਮੇਰੇ ਕੋਲੋਂ ਲੈ ਲੈ। ਰਾਏ ਦੇਵੇ ਤੇ ਕਾਲੂ ਲਵੇ ਨਹੀਂ। ਬਾਰੰਬਾਰ ਰਾਏ ਬੁਲਾਰ ਇਹੀ ਆਖਿਆ, ਕਾਲੂ ਤੇਰੇ ਪੁੱਤਰ ਨੇ ਜਗਤ ਦੇ ਬੰਧਨਾਂ ਤੋਂ ਹਟਾਵਨੇ ਵਾਸਤੇ ਮਨੁੱਖ ਦੇਹੀ ਧਾਰੀ ਹੈ। ਇਹ ਤੇਰਾ ਪੁੱਤਰ ਤਾਂ ਸੰਤ ਹੈ, ਇਸ ਨੂੰ ਵੇਖੀ ਕਦੀ ਝਿੜਕ ਦੋ। ਤਾਂ ਕਾਲੂ ਬੜਾ ਲੱਜਿਤ ਹੋ ਗਿਆ। ਆਪਣੇ ਘਰ ਆਇਆ। ਤਲਵੰਡੀ ਦੇ ਜਿਤਨੇ ਲੋਕ ਖੱਤਰੀ, ਬ੍ਰਾਹਮਣ, ਹਿੰਦੂ, ਤੁਰਕ ਆਹੇ ਅਰ ਜੱਟ ਬੂਟ, ਸੋ ਸਭ ਕਾਲੂ ਨੂੰ ਬੁਰਾ ਬੁਰਾ ਆਖਣ ਲੱਗੇ। ਕੋਈ ਸਲਾਹੇ ਨਹੀਂ ਤੇ ਕਹਿਣ ਲੱਗੇ, ਦੇਖੋ ਭਾਈ, ਪਹਿਲਾਂ ਤਾਂ ਕਾਲੂ ਨੇ ਐਸਾ ਨਿਰਦਈ ਹੋ ਕੇ ਪੁੱਤਰ ਨੂੰ ਮਾਰਿਆ ਹੈ, ਚੰਡਾਲ ਦੀ ਤਰ੍ਹਾਂ ਮਾਰ ਪੁੱਤਰ ਨੂੰ ਕੀਤੀ ਹੈ। ਦੂਜਾ ਰਾਏ ਬੁਲਾਰ ਪਾਸੋਂ ਰੁਪਏ ਵੀ ਲਿੱਤੇ ਹੈ। ਤਾਂ ਫਿਰ ਅਗਲੇ ਦਿਨ ਕਾਲੂ ਰਾਏ ਬੁਲਾਰ ਪਾਸ ਆਇਆ ਅਤੇ ਆਏ ਕਰ ਰਾਏ ਬੁਲਾਰ ਦੇ ਪੈਰਾਂ ਪਰ ਢਹਿ ਪਿਆ ਅਤੇ ਆਖਿਓਸ, ਰਾਏ ਜੀ ਮੇਰੀ ਜਗ੍ਹਾ ਤੇ ਹੋਰ ਕੋਈ ਨਹੀਂ, ਇਹ ਰੁਪਏ ਤੁਸੀਂ ਆਪਣੇ ਫੇਰ ਲਵੋ ਜੀ। ਤਾਂ ਰਾਏ ਬੁਲਾਰ ਨੇ ਕਹਿਆ, ਹੇ ਕਾਲੂ, ਇਹ ਪੈਸੇ ਅਸਾਂ ਤੈਨੂੰ ਨਹੀਂ ਦਿੱਤੇ, ਅਸਾਂ ਗੁਰੂ ਨਾਨਕ ਜੀ ਦੇ ਪੈਸੇ ਦੇਣੇ ਆਹੇ, ਸੋ ਅਸਾਂ ਨੇ ਦਿੱਤੇ ਹਨ। ਫਿਰ ਅਸੀਂ ਤੇਰੇ ਪਾਸੋਂ ਪੈਸੇ ਕਿਹ ਲਈਏ? ਤਾਂ ਕਾਲੂ ਨੇ ਕਹਿਆ, ਹੇ ਰਾਏ ਜੀ, ਨਾਨਕ ਦੇ ਪਾਸ ਰੁਪਏ ਕਿੱਥੋਂ ਆਹੇ, ਸੋ ਤੁਸਾਂ ਉਸ ਪਾਸੋਂ ਉਧਾਰ ਲਿੱਤੇ ਆਹੇ। ਤਾਂ ਰਾਏ ਜੀ ਕਹਿਆ, ਕਾਲੂ ਤੈਨੂੰ ਇਸ ਬਾਤ ਦੀ ਖਬਰ ਕੋਈ ਨਹੀਂ। ਜਿਤਨੀ ਮਾਇਆ ਇਸ ਜਹਾਨ ਉੱਪਰ ਦੁਨੀਆ ਵਿੱਚ ਹੈ, ਸਭ ਇਸੇ ਦੀ ਹੈ। ਸਭ ਦੌਲਤ ਦੁਨੀਆ ਦਾ ਇਹ ਮਾਲਕ ਹੈ। ਜਿਤਨੇ ਮੇਰੇ ਘਰ ਵਿੱਚ ਸੁੱਖ ਹਨ, ਘੋੜੇ, ਰੱਥ, ਦੌਲਤ, ਹੁਕਮ, ਇਹ ਸਭ ਨਾਨਕ ਦਾ ਹੀ ਸਦਕਾ ਹੈ। ਮੈਂ ਇਸ ਦਾ ਹੀ ਦਿੱਤਾ ਖਾਂਦਾ ਹਾਂ। ਅਸੀਂ ਛੱਡ, ਹੇ ਕਾਲੂ, ਸੰਸਾਰ ਸਾਰਾ ਹੀ ਇਸ ਦਾ ਦਿੱਤਾ ਖਾਂਦਾ ਹੈ। ਇਸ ਬਾਤ ਨੂੰ ਸੁਣ ਕਰ ਲੋਕ ਸਭ ਜਿਹੜੇ ਬੈਠੇ ਸਨ, ਉਹਨਾਂ ਦੀ ਨਿਸ਼ਾ ਹੋ ਗਈ। ਤਬ ਕਾਲੂ ਘਰ ਕੋ ਆਇਆ।